ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਜਿਵੇਂ ਆਪ ਜੀ ਨੂੰ ਪਤਾ ਹੈ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਦੇਖਦੇ ਹਾਂ ਕਿ ਇੱਕ ਸ਼ਬਦ ਦੇ ਕਈ ਭਾਵ ਜਿਹੜੇ ਬਣਦੇ ਹਨ। ਵੱਖ-ਵੱਖ ਜਿਹੜਾ ਸ਼ਬਦ ਉਹ ਪ੍ਰਕਰਨ ਦੇ ਮੁਤਾਬਕ ਜਿਵੇਂ ਦੇ ਅਰਥ ਬਦਲ ਜਾਂਦੇ ਆ। ਸੋ ਅੱਜ ਆਪਾਂ ਜਿਹੜੀ ਵਿਚਾਰ ਕਰਨੀ ਹੈ ਉਹ ਆਪਾਂ ਵੱਲ ਸ਼ਬਦ ਦੇ ਸੰਬੰਧ ਵਿੱਚ ਕਰਾਂਗੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜਿਵੇਂ ਉਚਾਰਨ ਦੇ ਤੌਰ 'ਤੇ ਇੱਕ ਹੀ ਰੂਪ ਵਿੱਚ ਆਏਗਾ, ਪਰ ਉਹਦੇ ਅਰਥ ਬਦਲ ਜਾਣਗੇ। ਜਿਵੇਂ ਸ਼ਬਦ ਹੈ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ, ਇੱਥੇ ਹੁਣ ਵੱਲ ਸ਼ਬਦ ਦਾ ਭਾਵ ਹੋ ਗਿਆ ਕਿ ਜਦੋਂ ਤੂੰ ਮੇਰੇ ਪੱਖ ਵਿੱਚ ਹੈ, ਜਦੋਂ ਤੂੰ ਮੇਰੇ ਹੱਕ ਵਿੱਚ ਹੈ ਤੇ ਪਰਮਾਤਮਾ ਫਿਰ ਮੈਨੂੰ ਕਿਸੇ ਦੀ ਮੁਸ਼ੰਦਗੀ ਕਾਹਦੀ, ਭਾਵ ਕਿ ਮੁਥਾਜੀ ਕਾਹਦੀ ਹੈ ਜਦੋਂ ਤੂੰ ਮੇਰੇ ਵੱਲ ਹੋਵੇਂ। ਜਦੋਂ ਅਸੀਂ ਭਗਤ ਤਰਲੋਚਨ ਜੀ ਦੇ ਸ਼ਬਦ ਨੂੰ ਵੇਖਾਂਗੇ, ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੌਣ ਵੱਲ ਵੱਲ ਔਤਰੇ। ਤਾਂ ਉੱਥੇ ਵੱਲ ਦਾ ਅਰਥ ਪੱਖ ਵਿੱਚ ਨਹੀਂ ਹੋਏਗਾ, ਹੱਕ ਵਿੱਚ ਨਹੀਂ ਹੋਏਗਾ, ਉੱਥੇ ਭਾਵ ਹੋ ਗਿਆ ਬਾਰ-ਬਾਰ। ਸੋ ਉਹ ਸ਼ਬਦ ਭਾਵੇਂ ਵੱਲ ਹੀ ਆਇਆ, ਪਰ ਉਹਦਾ ਅਰਥ ਬਣ ਗਿਆ ਕਿ ਜਿਹੜਾ ਹੈ ਉਸ ਨੂੰ ਬਾਰ-ਬਾਰ ਜਿਹੜਾ ਉਹ ਜੂਨਾਂ ਵਿੱਚ ਆਉਣਾ ਪੈਂਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਭੱਟਾਂ ਦੇ ਸਵਈਏ ਪੜ੍ਹਾਂਗੇ, ਉਹਦੇ ਵਿੱਚ ਉਹਨਾਂ ਦਾ ਸ਼ਬਦ ਆਉਂਦਾ ਹੈ ਕਿ ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰਵ ਦੀਜੇ। ਉੱਥੇ ਵੀ ਵੱਲ ਤੋਂ ਭਾਵ ਆ ਜਦੋਂ ਗੁਰੂ ਮੇਰੇ ਹੱਕ ਵਿੱਚ ਹੈ, ਗੁਰੂ ਮੇਰੇ ਪੱਖ ਵਿੱਚ ਹੈ, ਗੁਰੂ ਮੇਰਾ ਮਦਦਗਾਰ ਹੈ, ਤਾਂ ਫਿਰ ਭਾਵ ਕਿ ਉੱਥੇ ਇਹ ਬਣ ਜਾਂਦੇ ਅਰਥ ਕਿ ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰਵ ਦੀਜੇ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੇ। ਜਦੋਂ ਗੁਰੂ ਹੱਕ ਵਿੱਚ ਹੋਵੇ, ਪੱਖ ਵਿੱਚ ਹੋਵੇ, ਮਦਦਗਾਰ ਹੋਵੇ, ਫਿਰ ਕਿਸੇ ਦਾ ਕੋਈ ਕੀ ਵਿਗਾੜ ਸਕਦਾ ਹੈ। ਸੋ ਮੇਰਾ ਕਹਿਣ ਤੋਂ ਭਾਵ ਆ ਕਿ ਜਦੋਂ ਇਸੇ ਸ਼ਬਦ ਨੂੰ ਅਸੀਂ ਕਈ ਰੂਪਾਂ ਵਿੱਚ ਦੇਖਣ ਦਾ ਯਤਨ ਕਰਦੇ ਹਾਂ, ਅਤੇ ਇਹ ਸ਼ਬਦ ਜਦੋਂ ਆਮ ਬੋਲੀ ਵਿੱਚ ਦੇਖਾਂਗੇ ਤਾਂ ਆਮ ਬੋਲੀ ਵਿੱਚ ਵੀ ਇਹ ਸ਼ਬਦ ਨੂੰ ਅਸੀਂ ਵਰਤੋਂ ਵਿੱਚ ਲਿਆਵਾਂਗੇ, ਪਰ ਵੱਖ-ਵੱਖ ਰੂਪ ਉਹਦੇ ਬਦਲ ਜਾਣਗੇ। ਜਿਵੇਂ ਕੋਈ ਮਨੁੱਖ ਜੇ ਉਹ ਤੰਦਰੁਸਤ ਨਾ ਹੋਵੇ ਅਤੇ ਆਪਾਂ ਨੂੰ ਪੁੱਛਦੇ ਹਾਂਜੀ ਕੀ ਹਾਲ ਹੈ ਜੀ, ਉਹ ਕਹਿੰਦਾ ਜੀ ਸਰੀਰ ਕੁਝ ਵੱਲ ਨਹੀਂ ਹੈ। ਤਾਂ ਇਹਦਾ ਮਤਲਬ ਹੋ ਗਿਆ ਸਰੀਰ ਵੱਲ ਨਹੀਂ, ਭਾਵ ਕਿ ਮੈਂ ਤੰਦਰੁਸਤ ਨਹੀਂ ਹਾਂ, ਮੇਰਾ ਸਰੀਰ ਠੀਕ ਨਹੀਂ ਹੈ। ਜਦੋਂ ਉਹੀ ਬੰਦਾ ਤੰਦਰੁਸਤ ਹੋ ਜਾਵੇ, ਕੁਝ ਸਮੇਂ ਬਾਅਦ ਆਪਾਂ ਮਿਲਦੇ ਹਾਂ, ਆਪਾਂ ਕਹਿੰਦੇ ਜੀ ਹਾਂਜੀ ਭਾਈ ਸਾਹਿਬ ਜੀ ਕੀ ਹਾਲ ਆ, ਉਹ ਕਹਿੰਦੇ ਹੁਣ ਮੈਂ ਕੁਝ ਵੱਲ ਵਿੱਚ ਹਾਂ। ਹੁਣ ਉਹ ਵੱਲ ਸ਼ਬਦ ਉੱਥੇ ਬਣ ਗਿਆ, ਭਾਵ ਕਿ ਹੁਣ ਮੈਂ ਥੋੜ੍ਹਾ ਜਿਹਾ ਤੰਦਰੁਸਤ ਹੋ ਗਿਆ, ਮੇਰੀ ਅੱਗੇ ਨਾਲੋਂ ਸਿਹਤ ਠੀਕ ਹੋ ਗਈ ਹੈ। ਜਿਵੇਂ ਕੱਦੂਆਂ ਦੀ ਵੱਲ ਹੈ, ਉੱਥੇ ਜਿਹੜਾ ਜਿਨ੍ਹਾਂ ਨੂੰ ਸਬਜ਼ੀ ਜਿਵੇਂ ਵੱਲਾਂ ਦੇ ਨਾਲ ਲੱਗਦੀ ਹੈ, ਤੋਰੀਆਂ ਲੱਗਦੀਆਂ ਨੇ, ਕੱਦੂ ਲੱਗਦੇ ਹੈ, ਇਹ ਆਦਿਕ, ਉਹਨੂੰ ਵੀ ਅਸੀਂ ਵੱਲ ਸ਼ਬਦ ਕਹਿੰਦੇ ਹਾਂ। ਇਸੇ ਤਰ੍ਹਾਂ ਜਦੋਂ ਕਿਸੇ ਦੇ ਕਈ ਵਾਰ ਕਈ ਕਹਿੰਦੇ ਸਾਡਾ ਬੱਚਾ ਸਾਡੇ ਵੱਲ ਨਹੀਂ ਹੈ, ਇਹਦਾ ਭਾਵ ਕਿ ਮੇਰਾ ਬੱਚਾ ਮੇਰੇ ਕਹਿਣੇ ਵਿੱਚ ਨਹੀਂ ਹੈ, ਉਹ ਮੇਰੇ ਕਹਿਣੇ ਵਿੱਚ ਨਹੀਂ ਚੱਲ ਰਿਹਾ, ਭਾਵ ਕਿ ਉਹ ਵਿਗੜ ਚੁੱਕਿਆ ਹੈ। ਉਹੀ ਬੰਦਾ ਜਦੋਂ ਥੋੜ੍ਹੇ ਚਿਰ ਬਾਅਦ ਬੱਚੇ ਨੂੰ ਫਿਰ ਕੋਈ ਚੰਗੀ ਸਿੱਖਿਆ ਮਿਲ ਜਾਵੇ, ਫਿਰ ਕਹਿੰਦੇ ਜੀ ਹੁਣ ਆਪਣਾ ਬੱਚਾ ਕੁਝ ਵੱਲ ਵਿੱਚ ਹੈ। ਹੁਣ ਉਹ ਪਹਿਲਾਂ ਵੀ ਉਹਨੇ ਵੱਲ ਵਿੱਚ ਕਿਹਾ ਸੀ, ਉਹਦਾ ਅਰਥ ਇਹ ਬਣ ਗਿਆ ਕਿ ਮੇਰਾ ਬੱਚਾ ਜਿਹੜਾ ਹੈ ਮੇਰੇ ਕਹਿਣੇ ਵਿੱਚ ਨਹੀਂ ਚੱਲਦਾ। ਪਰ ਦੂਜੀ ਵਾਰ ਜਦੋਂ ਉਹਨੇ ਕਿਹਾ ਕਿ ਹੁਣ ਬੱਚਾ ਕੁਝ ਵੱਲ ਹੈ ਜਾਂ ਵੱਲ ਵਿੱਚ ਹੈ, ਤੇ ਇਹਦਾ ਭਾਵ ਬਣ ਗਿਆ ਕਿ ਹੁਣ ਬੱਚਾ ਅੱਗੇ ਨਾਲੋਂ ਸੁਧਰ ਗਿਆ, ਸਿਆਣਾ ਹੋ ਗਿਆ। ਕਹਿਣ ਦਾ ਭਾਵ ਸਿਰਫ ਇਹ ਹੁੰਦਾ ਕਿ ਜਦੋਂ ਅਸੀਂ ਗੁਰਬਾਣੀ ਦਾ ਕੋਈ ਸ਼ਬਦ ਲੈਂਦੇ ਹਾਂ ਅਤੇ ਉਸ ਸ਼ਬਦ ਨੂੰ ਕਈ ਰੂਪਾਂ ਦੇ ਵਿੱਚ ਵਰਤਿਆ ਜਾਂਦਾ ਹੈ। ਸੋ ਆਪਾਂ ਜਿਵੇਂ ਗੱਲ ਕੀਤੀ ਹੈ ਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ, ਤਾਂ ਉਹਦਾ ਭਾਵ ਬਣ ਜਾਂਦਾ ਕਿ ਜਦੋਂ ਗੁਰੂ ਮੇਰੇ ਹੱਕ ਪੱਖ ਵਿੱਚ ਹੈ। ਜਾਂ ਵੱਲ ਵੱਲ ਔਤਰੇ ਦਾ ਅਰਥ ਬਣ ਗਿਆ ਬਾਰ-ਬਾਰ ਜਿਹੜਾ ਹੈ ਉਹ ਮਨੁੱਖ ਜੂਨਾਂ ਵਿੱਚ ਆਉਂਦਾ ਹੈ। ਗੁਰੂ ਵੱਲ ਸ਼ਬਦ ਮਦਦਗਾਰ ਰੂਪ ਵਿੱਚ ਵੀ ਆਇਆ, ਵੱਲ ਸ਼ਬਦ ਜਿਹੜਾ ਉਹ ਬਾਰ-ਬਾਰ ਜੂਨਾਂ ਵਿੱਚ ਆਉਣਾ ਵੀ ਆਇਆ। ਸੋ ਇਸ ਤਰ੍ਹਾਂ ਕਰਕੇ ਗੁਰਬਾਣੀ ਦੇ ਜਦੋਂ ਅਸੀਂ ਸ਼ਬਦਾਂ ਨੂੰ ਵੇਖਦੇ ਹਾਂ, ਉਹਨਾਂ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਹੁਣ ਜਿਸ ਤਰ੍ਹਾਂ ਸਿਹਾਰੀ, ਔਂਕੜ, ਇਹਨਾਂ ਦੇ ਨਾਲ ਵੀ ਜਿਹੜਾ ਸ਼ਬਦ ਹੈ ਉਹ ਤਬਦੀਲ ਹੋ ਜਾਂਦੇ ਆ, ਉਹਨਾਂ ਦੇ ਅਰਥ ਬਦਲ ਜਾਂਦੇ ਆ। ਜਦੋਂ ਵੀ ਕੋਈ ਸ਼ਬਦ ਨੂੰ ਅਸੀਂ ਵੇਖੀਏ, ਵਿਚਾਰੀਏ, ਪੜ੍ਹੀਏ, ਤਾਂ ਜ਼ਰੂਰ ਉਸ ਨੂੰ ਵੇਖਣਾ ਚਾਹੀਦਾ ਕਿਹੜੇ ਸੰਦਰਭ ਵਿੱਚ ਚੱਲ ਰਿਹਾ, ਉੱਥੇ ਵਿਚਾਰ ਕੀ ਚੱਲ ਰਹੀ ਹੈ। ਜਦੋਂ ਅਸੀਂ ਉਸ ਚੀਜ਼ ਨੂੰ ਵੇਖਾਂਗੇ ਫਿਰ ਸਾਨੂੰ ਪਤਾ ਲੱਗ ਜਾਂਦਾ ਹਾਂ ਇੱਥੇ ਇਹਦੇ ਅਰਥ ਇਹ ਬਣਨਗੇ ਅਤੇ ਦੂਜੀ ਜਗ੍ਹਾ 'ਤੇ ਅਰਥ ਇਹਦੇ ਉਹ ਬਣਦੇ ਆ। ਸੋ ਅੱਜ ਅਸੀਂ ਸਿਰਫ ਸੰਖੇਪ ਜੀ ਵਿਚਾਰ ਜਿਹੜੀ ਉਹ ਇੰਨੀ ਗੱਲ 'ਤੇ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਜੇ ਕੋਈ ਸਾਨੂੰ ਸਵਾਲ ਕਰਦਾ ਕਿ ਦੱਸੋ ਭਾਈ ਸਾਹਿਬ ਜੀ ਇਹ ਵੱਲ ਸ਼ਬਦ ਦੇ ਕੀ ਅਰਥ ਆ, ਉਹਨੂੰ ਪੁੱਛਣਾ ਪਏਗਾ ਪਹਿਲਾਂ ਕਿ ਤੂੰ ਕਿਹੜੇ ਵੱਲ ਦੀ ਗੱਲ ਕਰਦੇ ਆ, ਕਿ ਤਰਲੋਚਨ ਭਗਤ ਜੀ ਵਾਲੇ ਸ਼ਬਦ ਦੇ ਬਾਰੇ ਪੁੱਛਦਾ ਜਿਹੜਾ ਉਹਦੇ 'ਚ ਵੱਲ ਸ਼ਬਦ ਆਇਆ, ਜਾਂ ਤੂੰ ਭੱਟਾਂ ਦੇ ਸਵਈਆਂ ਵਿੱਚੋਂ ਜਿਹੜਾ ਵੱਲ ਸ਼ਬਦ ਆਇਆ ਉਹ ਪੁੱਛਦਾ, ਜਾਂ ਸਤਿਗੁਰੂ ਮਹਾਰਾਜ ਜੀ ਦਾ ਜਿਹੜਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ, ਉਹ ਉਸ ਨੂੰ ਪੁੱਛਦਾ ਹੈ। ਤਾਂ ਫਿਰ ਅਗਲੇ ਨੂੰ ਕਲੀਅਰ ਹੋ ਜਾਂਦਾ ਵੀ ਹਾਂਜੀ ਮੈਂ ਤਾਂ ਕੇਵਲ ਸੁਣਿਆ ਸੀ ਵੀ ਵੱਲ ਦੇ ਅਰਥ ਆਹ ਬਣ ਜਾਂਦੇ ਆ। ਉਹਨੂੰ ਫਿਰ ਦੱਸਣਾ ਪੈਂਦਾ ਭਾਈ ਤੂੰ ਜਿਹੜੇ ਅਰਥ ਸੁਣੇ ਆ ਉਹ ਵੇਖਣਾ ਪਏਗਾ, ਤੂੰ ਕਿਹੜੇ ਰੂਪ ਵਿੱਚ ਸੁਣੇ ਆ, ਕਿਹੜਾ ਸ਼ਬਦ ਸੁਣਿਆ, ਉਹਦੇ ਮੁਤਾਬਕ ਉਸ ਨੂੰ ਸਮਝਣਾ ਪੈਂਦਾ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰਬਾਣੀ ਨੂੰ ਸਮਝਣ ਦੀ ਸਾਡੇ ਮਨਾਂ ਅੰਦਰ ਜਿਹੜਾ ਚਾਅ ਪੈਦਾ ਹੋਵੇ, ਚੇਟਕ ਲੱਗੇ ਸਾਨੂੰ, ਤਾਂ ਕਿ ਗੁਰਬਾਣੀ ਇੱਕ ਇਹੋ ਜਿਹਾ ਅਥਾਹ ਸਮੁੰਦਰ ਹੈ ਜਿਹਦੇ ਵਿੱਚ ਜਿੰਨੀਆਂ ਵੀ ਕੋਈ ਟੁੱਬੀਆਂ ਮਾਰਦਾ ਉਹਨੇ ਹੀਰੇ ਮੋਤੀ ਉਹਨੂੰ ਰਤਨ ਜਵਾਹਰ ਮਿਲਦੇ ਆ। ਸੋ ਆਪਾਂ ਕੋਸ਼ਿਸ਼ ਕਰੀਏ ਗੁਰਬਾਣੀ ਦੇ ਜਿਸ ਬਾਹਰੀ ਤੌਰ 'ਤੇ ਅਸੀਂ ਦਰਸ਼ਨ ਕਰਦੇ ਹਾਂ, ਉੱਥੇ ਅਸੀਂ ਬਾਣੀ ਦੇ ਪਾਠ ਨੂੰ ਪੜ੍ਹ ਕੇ ਉਹਦੇ ਅੰਤਰੀਵੀ ਭਾਵਾਂ ਨੂੰ ਵੀ ਸਮਝੀਏ
ਤੇ ਉਸ ਭਾਵ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਵੀ ਢਾਲਣ ਦਾ ਅਸੀਂ ਯਤਨ ਕਰੀਏ। ਸੋ ਅੱਜ ਅਸੀਂ ਗੁਰਦੁਆਰਾ ਦਸ਼ਮੇਸ਼ ਦਰਬਾਰ ਲੁਢਾਈ ਤੋਂ ਇੱਥੋਂ ਅਸੀਂ ਵਿਚਾਰ ਜਿਹੜੀ ਤੁਹਾਡੀ ਸੰਗਤਾਂ ਦੇ ਸਨਮੁਖ ਰੱਖ ਰਹੇ ਹਾਂ। ਅੱਗੇ ਵੀ ਸੰਗਤਾਂ ਨੇ ਇਹਨਾਂ ਵਿਚਾਰਾਂ ਨੂੰ ਬਹੁਤ ਪਸੰਦ ਕੀਤਾ, ਤੁਸੀਂ ਬੜਾ ਲਾਈਕ ਕਰਦੇ ਹੋ। ਅਸੀਂ ਆਸ ਰੱਖਦੇ ਹਾਂ ਇਹ ਵਿਚਾਰ ਵੀ ਤੁਸੀਂ ਵੱਧ ਤੋਂ ਵੱਧ ਅੱਗੇ ਸੰਗਤਾਂ ਤੱਕ ਹੋਰ ਪਹੁੰਚਾਉਣ ਦਾ ਯਤਨ ਕਰੋਗੇ, ਤਾਂ ਕਿ ਜਿਹੜੇ ਵੀਰ ਗੁਰਬਾਣੀ ਤੋਂ ਅਣਜਾਣ ਹਨ, ਭਾਵ ਕਿ ਜਿਹੜੇ ਆਮ ਲੋਕ ਨੇ, ਵੈਸੇ ਤਾਂ ਬਹੁਤ ਲੋਕ ਗੁਰਬਾਣੀ ਨੂੰ ਸਮਝਦੇ ਨੇ, ਪਰ ਆਮ ਜਿਸ ਤਰ੍ਹਾਂ ਸਧਾਰਨ ਲੋਕ ਹੁੰਦੇ ਆ ਉਹਨਾਂ ਤੱਕ ਵੀ ਜਦੋਂ ਗੱਲ ਪਹੁੰਚਦੀ ਹੈ ਫਿਰ ਉਹਨਾਂ ਦੇ ਮਨ ਵਿੱਚ ਚੇਟਕ ਲੱਗਦੀ ਹੈ ਵੀ ਹਾਂ ਭਾਈ, ਗੁਰਬਾਣੀ ਵਿੱਚ ਤਾਂ ਗੁਰੂ ਮਹਾਰਾਜ ਜੀ ਨੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਨੇ, ਜਾਂ ਸ਼ਬਦ ਜਿਹੜੇ ਉਹ ਹਰ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਨੇ। ਉਹਨਾਂ ਦੇ ਮਨ ਵਿੱਚ ਚਾਅ ਪੈਦਾ ਹੋਵੇ ਗੁਰਬਾਣੀ ਪੜ੍ਹਨ ਦਾ, ਸਮਝਣ ਦਾ, ਜੀਵਨ 'ਚ ਧਾਰਨ ਦਾ। ਤਾਂ ਇਹ ਸੇਵਾ ਅਸੀਂ ਜਿਹੜੀ ਹੈ ਉਹ ਆਪ ਸੰਗਤਾਂ ਦੀ ਇਸ ਤਰ੍ਹਾਂ ਕਰ ਰਹੇ ਹਾਂ। ਤੁਹਾਡੀਆਂ ਅਸੀਸਾਂ ਮਿਲਦੀਆਂ ਨੇ, ਜਿਵੇਂ ਅਸੀਸਾਂ ਮਿਲਦੀਆਂ ਰਹੀਆਂ ਸੀ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚੋਂ ਸਮੇਂ-ਸਮੇਂ 'ਤੇ ਇਸ ਤਰ੍ਹਾਂ ਵਿਚਾਰ ਤੁਹਾਡੇ ਸਨਮੁਖ ਪੇਸ਼ ਕਰਨ ਦਾ ਯਤਨ ਕਰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।